ਹੈਲੋ ਫਰੈਂਡਸ, ਹੁਣ ਤੱਕ ਦੇ ਵੀਡੀਓਜ਼ ਵਿੱਚ ਅਸੀਂ ਖੇਤਰ ਮਿਤੀ ਦੇ ਅੰਡਰ ਆ ਰਹੇ ਟੌਪਿਕਸ ਦੋ ਪਸਾਰੀ ਆਕ੍ਰਿਤੀਆਂ ਦੇ ਪਰਿਮਾਪ ਅਤੇ ਖੇਤਰਫਲ ਅਤੇ ਤਿੰਨ ਪਸਾਰੀ ਆਕ੍ਰਿਤੀਆਂ ਦੇ ਸਤ੍ਹਾ ਦਾ ਖੇਤਰਫਲ, ਕੁੱਲ ਖੇਤਰਫਲ ਅਤੇ ਆਇਤਨ ਦੀ ਗੱਲ ਕੀਤੀ। ਆਓ ਅੱਜ ਇਹ ਸਾਰੇ ਵਿਸ਼ਿਆਂ ਨੂੰ ਦੁਹਰਾਉਂਦੇ ਹੋਏ ਅੱਜ ਦਾ ਟੌਪਿਕ ਦੇਖਦੇ ਹਾਂ, ਦੁਹਰਾਈ ਖੇਤਰ ਮਿਤੀ। ਇਸ ਦੇ ਵਿੱਚ ਅਸੀਂ ਕੁਝ ਛੋਟੇ ਪ੍ਰਸ਼ਨ ਤਿਆਰ ਕੀਤੇ ਹਨ। ਪ੍ਰਸ਼ਨ ਸ਼ੁਰੂ ਕਰਨ ਤੋਂ ਪਹਿਲਾਂ ਇਸ ਪੇਜ ਦਾ ਸਕਰੀਨਸ਼ਾਟ ਲੈ ਲਓ ਅਤੇ ਖੁਦ ਉੱਤਰ ਹੱਲ ਕਰਨ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਉੱਤਰ ਲੱਭ ਲਏ ਹਨ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਭੇਜੋ। ਆਓ ਹੁਣ ਇਹ ਪ੍ਰਸ਼ਨ ਡਿਸਕਸ ਕਰਦੇ ਹਾਂ। ਪਹਿਲਾ ਪ੍ਰਸ਼ਨ, ਕਣਕ ਵਾਲੇ ਵੇਲਣਾਕਾਰ ਡਰਮ ਦੀ ਸਮਾਈ ਪਤਾ ਕਰਨ ਲਈ ਸੂਤਰ ਹੈ। ਇੱਥੇ ਸਾਨੂੰ ਇੱਕ ਵੇਲਣਾਕਾਰ ਦੀ ਗੱਲ ਕੀਤੀ ਗਈ ਹੈ। ਡਰਮ ਦੀ ਸਮਾਈ ਅਸੀਂ ਸਿੱਖਿਆ ਸੀ। ਸਮਾਈ ਤੋਂ ਭਾਵ ਹੈ ਉਸ ਦੇ ਅੰਦਰ ਕਿੰਨੀ ਕਣਕ ਸਮਾ ਸਕਦੀ ਹੈ, ਭਾਵ ਕਿ ਇੱਕ ਵੇਲਣ ਦਾ ਆਇਤਨ। ਅਤੇ ਆਇਤਨ ਦਾ ਸੂਤਰ ਬਿਲਕੁਲ ਠੀਕ, ਪਾਈ ਆਰ ਸਕੁਏਅਰ H। ਇੱਥੇ ਪਾਈ ਦੀ ਕੀਮਤ ਤਾਂ ਫਿਕਸ ਹੈ। ਆਰ ਉਸ ਡਰਮ ਦਾ ਆਧਾਰ ਦਾ ਅਰਧ ਵਿਆਸ ਹੋਵੇਗਾ ਅਤੇ H ਉਸ ਡਰਮ ਦੀ ਉਚਾਈ ਹੁੰਦੀ ਹੈ। ਦੂਸਰਾ ਪ੍ਰਸ਼ਨ, 3D ਆਕ੍ਰਿਤੀ ਦਾ ਆਇਤਨ ਬਰਾਬਰ ਹੈ ਆਧਾਰ ਦਾ ਖੇਤਰਫਲ ਗੁਣਾ ਡੈਸ਼। 3D ਆਕ੍ਰਿਤੀ ਮਤਲਬ ਤਿੰਨ ਪਸਾਰੀ ਆਕ੍ਰਿਤੀ ਜਿਸ ਵਿੱਚ ਲੰਬਾਈ, ਚੌੜਾਈ, ਉਚਾਈ ਤਿੰਨੇ ਦਿੱਤੇ ਹੁੰਦੇ ਹਨ, ਜਿਵੇਂ ਕਿ ਇੱਕ ਵੇਲਣ। ਇਸ ਦਾ ਆਇਤਨ ਦਾ ਸੂਤਰ ਹੋਵੇਗਾ ਆਧਾਰ ਦਾ ਖੇਤਰਫਲ ਗੁਣਾ ਡੈਸ਼। ਅਸੀਂ ਪਿਛਲੇ ਵੀਡੀਓ ਵਿੱਚ ਦੇਖਿਆ ਸੀ। ਮੰਨ ਲਓ ਅਸੀਂ ਇੱਕ ਵੇਲਣਾਕਾਰ ਹੀ ਲੈ ਲੈਂਦੇ ਹਾਂ ਤਾਂ ਇਸ ਦਾ ਆਇਤਨ ਹੈ ਪਾਈ ਆਰ ਸਕੁਏਅਰ H। ਪਾਈ ਆਰ ਸਕੁਏਅਰ ਉਸ ਡਰਮ ਦਾ ਵੇਲਣ ਦਾ ਆਧਾਰ ਹੈ ਅਤੇ ਪਾਈ ਆਰ ਸਕੁਏਅਰ ਚੱਕਰ ਦਾ ਖੇਤਰਫਲ ਹੈ। ਤਾਂ ਇਹਦੇ ਨਾਲ ਇਸ ਵੈਲਿਊ ਨੂੰ ਕੰਪੇਅਰ ਕਰੀਏ ਤਾਂ ਆਧਾਰ ਦਾ ਖੇਤਰਫਲ, ਚੱਕਰ ਦਾ ਖੇਤਰਫਲ ਪਾਈ ਆਰ ਸਕੁਏਅਰ ਗੁਣਾ H। ਠੀਕ। ਉਚਾਈ, ਇੱਥੇ ਸਾਡੇ ਕੋਲ 3D ਆਕ੍ਰਿਤੀ ਦਾ ਆਇਤਨ ਦਾ ਨਵਾਂ ਸੂਤਰ ਬਣ ਗਿਆ ਹੈ। ਆਇਤਨ ਦਾ ਸੂਤਰ ਆਧਾਰ ਦਾ ਖੇਤਰਫਲ ਗੁਣਾ ਉਚਾਈ। ਨੈਕਸਟ ਹੈ ਇੱਕ ਮੱਛੀ ਘਰ ਐਕੁਏਰੀਅਮ ਦੇ ਚਾਰੇ ਪਾਸੇ ਰੰਗਦਾਰ ਕਾਗਜ਼ ਲਗਾਉਣ ਲਈ ਉਸ ਦਾ ਡੈਸ਼ ਖੇਤਰਫਲ ਪਤਾ ਕਰਨਾ ਪਵੇਗਾ। ਮੱਛੀ ਘਰ ਐਕੁਏਰੀਅਮ ਆਪਾਂ ਸਾਰਿਆਂ ਨੇ ਦੇਖਿਆ ਹੋਇਆ ਹੈ। ਇਸ ਦੇ ਚਾਰੇ ਪਾਸੇ ਰੰਗਦਾਰ ਕਾਗਜ਼ ਲਗਾਉਣਾ ਹੈ। ਸਭ ਤੋਂ ਪਹਿਲਾਂ ਐਕੁਏਰੀਅਮ ਦੀ ਆਕ੍ਰਿਤੀ ਬਾਰੇ ਸੋਚਾਂਗੇ। ਇਹ ਇੱਕ ਘਣਾਵ ਹੈ, ਇਸ ਤਰ੍ਹਾਂ ਦਾ ਘਣਾਵ ਆਕਾਰ ਬਕਸਾ ਹੈ। ਇਸ ਦੇ ਚਾਰੇ ਪਾਸੇ ਅਸੀਂ ਜੇ ਕਵਰਿੰਗ ਕਰਨੀ ਹੈ ਤਾਂ ਸਾਨੂੰ ਕੀ ਕੱਢਣਾ ਪਵੇਗਾ? ਬਿਲਕੁਲ ਠੀਕ, ਇਸ ਦਾ ਸਤ੍ਹਾ ਦਾ ਖੇਤਰਫਲ। ਇਸ ਦੀ ਸਤ੍ਹਾ ਦੇ ਆਲੇ ਦੁਆਲੇ ਘੁੰਮਣਾ ਹੈ। ਅਤੇ ਅਸੀਂ ਦੂਸਰਾ ਖੇਤਰਫਲ ਪੜਿਆ ਸੀ ਕੁੱਲ ਖੇਤਰਫਲ। ਕੁੱਲ ਖੇਤਰਫਲ ਸਮੇਂ ਉਸ ਬਕਸੇ ਦੀ ਛੱਤ ਅਤੇ ਫਰਸ਼ ਉਸ ਦੀ ਗਣਨਾ ਵੀ ਕੀਤੀ ਜਾਂਦੀ ਹੈ, ਲੇਕਿਨ ਇਸ ਵਕਤ ਸਿਰਫ ਚਾਰੇ ਪਾਸੇ ਦੀ ਗੱਲ ਹੋਈ ਹੈ ਤਾਂ ਅਸੀਂ ਲਵਾਂਗੇ ਕੇਵਲ ਸਤ੍ਹਾ ਦਾ ਖੇਤਰਫਲ। ਅਗਲਾ ਪ੍ਰਸ਼ਨ ਹੈ ਚੌਥਾ, ਇੱਕ ਸਮਛੇਦ ਦੇ ਦੋ ਬਰਾਬਰ ਹਿੱਸੇ ਕਰਨ ਤੇ ਦੋ ਡੈਸ਼ ਮਿਲਦੇ ਹਨ। ਸਭ ਤੋਂ ਪਹਿਲਾਂ ਸਾਨੂੰ ਸਮਛੇਦ ਚਤੁਰਭੁਜ ਦੀ ਆਕ੍ਰਿਤੀ ਸੋਚਣੀ ਪਵੇਗੀ, ਜਿਸ ਨੂੰ ਅਸੀਂ ਸਧਾਰਨ ਭਾਸ਼ਾ ਵਿੱਚ ਇੱਕ षटकोण ਵੀ ਕਹਿ ਦਿੰਦੇ ਹਾਂ। ਸਮਛੇਪੁਜ, ਇਸ ਦੀ ਸ਼ਕਲ ਇਸ ਤਰ੍ਹਾਂ ਦੀ ਹੋਵੇਗੀ। 6 ਭੁਜਾਵਾਂ ਜਿਹੜੀਆਂ ਕਿ ਆਪਸ ਵਿੱਚ ਬਰਾਬਰ ਆਕਾਰ ਦੀਆਂ ਹਨ। 6 ਭੁਜ, ਸਮ ਮੈਨੇ ਸੇਮ। ਹੁਣ ਇਸ ਦੇ ਦੋ ਬਰਾਬਰ ਹਿੱਸੇ ਕਰਨੇ ਹਨ। ਕਿਸੇ ਵੀ ਦੋ ਆਮੋ ਸਾਹਮਣੇ ਦੇ
ਸਿਖਰਾਂ ਨੂੰ ਅਸੀਂ ਜੋੜ ਦਿੱਤਾ। ਇਹ ਸਮ 6 ਭੁਜ ਦੇ 2 ਬਰਾਬਰ ਹਿੱਸੇ ਹੋ ਗਏ ਹਨ। ਹਿੱਸੇ ਕਰਨ ਤੋਂ ਬਾਅਦ ਸਾਨੂੰ 2 ਡੈਸ਼ ਮਿਲਦੇ ਹਨ। ਦੋਨੇ ਆਕ੍ਰਿਤੀਆਂ ਦੀ ਅਸੀਂ ਦੁਬਾਰਾ ਰਚਨਾ ਕਰਕੇ ਦੇਖਦੇ ਹਾਂ। ਪਹਿਲੀ ਆਕ੍ਰਿਤੀ ਅਤੇ ਦੂਸਰੀ ਆਕ੍ਰਿਤੀ, ਇਹ ਦੋਨੇ ਕੀ ਹਨ? ਅਸੀਂ ਪੜਿਆ ਸੀ ਜੇ ਆਮੋ ਸਾਹਮਣੇ ਦੀਆਂ ਭੁਜਾਵਾਂ ਸਮਾਂਤਰ ਹੋਣ ਤਾਂ ਇਸ ਤਰ੍ਹਾਂ ਦੀ ਆਕ੍ਰਿਤੀ ਨੂੰ ਕਹਿੰਦੇ ਹਨ ਸਮਲੰਬ ਚਤੁਰਭੁਜ। 4 ਭੁਜਾਵਾਂ ਹਨ ਤਾਂ ਇਹ ਬਣੇਗਾ ਸਮਲੰਬ ਚਤੁਰਭੁਜ। ਇਸ ਤਰ੍ਹਾਂ ਅਸੀਂ ਇਹ ਰਿਜ਼ਲਟ ਕੱਢਦੇ ਹਾਂ ਕਿ ਸਮ 6 ਭੁਜ ਦੇ 2 ਬਰਾਬਰ ਹਿੱਸੇ ਕਰਨ ਤੇ 2 ਸਮਲੰਬ ਚਤੁਰਭੁਜ ਮਿਲਦੇ ਹਨ, 1 ਅਤੇ 2। ਅਗਲੀ ਖਾਲੀ ਥਾਂ ਹੈ 5ਵੀਂ। ਬੰਦ ਸਮਤਲ ਆਕ੍ਰਿਤੀ ਦੇ ਚਾਰੇ ਪਾਸਿਆਂ ਦੀ ਦੂਰੀ ਨੂੰ ਉਸ ਦਾ ਡੈਸ਼ ਕਹਿੰਦੇ ਹਨ। ਪ੍ਰਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਸਮਝਣਾ ਹੈ। ਬੰਦ ਸਮਤਲ ਆਕ੍ਰਿਤੀ ਉਹ ਆਕ੍ਰਿਤੀ ਜਿਹੜੀ ਖੁੱਲੀ ਨਾ ਹੋਵੇ, ਇਸ ਤਰ੍ਹਾਂ ਨਹੀਂ ਬੰਦ ਹੋਵੇ। ਸਮਤਲ ਜਿਹੜੀ ਇੱਕੋ ਹੀ ਤਲ ਤੇ ਹੋਵੇ, ਲਾਈਕ ਦਿਸ, ਮੀਨਸ ਇਹ ਇੱਕ 2 ਪਸਾਰੀ ਆਕ੍ਰਿਤੀ ਹੈ, 2 ਡਾਇਮੈਂਸ਼ਨਲ, ਲੰਬਾਈ ਅਤੇ ਚੌੜਾਈ। ਇਸ ਆਕ੍ਰਿਤੀ ਦੇ ਚਾਰੇ ਪਾਸਿਆਂ ਦੀ ਦੂਰੀ ਨੂੰ, ਮੀਨਸ ਅਸੀਂ ਇਸ ਦੇ ਸਿਰਫ ਘੇਰੇ ਉੱਤੇ ਹੀ ਘੁੰਮਣਾ ਹੈ, ਆਲੇ ਦੁਆਲੇ ਹੀ ਰਹਿਣਾ ਹੈ। ਇਸ ਚਾਰੇ ਪਾਸਿਆਂ ਦੀ ਦੂਰੀ ਨੂੰ ਕੀ ਕਹਿੰਦੇ ਹਨ? ਉਸ ਦਾ ਰਾਈਟ ਪਰਿਮਾਪ। ਆਕ੍ਰਿਤੀ ਦੇ ਚਾਰੇ ਪਾਸਿਆਂ ਦੀ ਦੂਰੀ ਨੂੰ ਉਸ ਦਾ ਪਰਿਮਾਪ ਕਹਿੰਦੇ ਹਨ। ਅਤੇ ਉਸ ਆਕ੍ਰਿਤੀ ਦੇ ਅੰਦਰ ਘਿਰੇ ਹੋਏ ਖੇਤਰ ਨੂੰ, ਹੁਣ ਇਸ ਦੇ ਅੰਦਰ ਆ ਜਾਵਾਂਗੇ, ਆ ਜਗ੍ਹਾ, ਇਸ ਖੇਤਰ ਨੂੰ ਉਸ ਆਕ੍ਰਿਤੀ ਦਾ ਕੀ ਕਹਾਂਗੇ? ਖੇਤਰਫਲ। ਅਤੇ ਅਸੀਂ ਪਿਛਲੇ ਵੀਡੀਓਜ਼ ਦੇ ਵਿੱਚ ਵੱਖ-ਵੱਖ ਆਕ੍ਰਿਤੀਆਂ ਦੇ ਪਰਿਮਾਪ ਅਤੇ ਖੇਤਰਫਲ ਦੋਹਾਂ ਦੇ ਫਾਰਮੂਲਿਆਂ ਦੀ ਗੱਲ ਕੀਤੀ ਸੀ ਅਤੇ ਫਿਰ ਉਹਨਾਂ ਫਾਰਮੂਲਿਆਂ ਉੱਤੇ ਆਧਾਰਿਤ ਸਵਾਲ ਵੀ ਕੀਤੇ ਸਨ। ਇਸ ਤਰ੍ਹਾਂ ਅਸੀਂ ਖੇਤਰਮਿਤੀ ਦੇ ਕੁਝ ਟੌਪਿਕਸ ਬਾਰੇ ਜਾਣਿਆ। ਇਸ ਪੇਜ ਦਾ ਸਕਰੀਨਸ਼ਾਟ ਲੈ ਲਓ। ਇਹ ਹੁਣ ਉੱਤਰਾਂ ਸਮੇਤ ਪੇਜ ਸਾਨੂੰ ਮਿਲ ਗਿਆ ਹੈ। ਤੁਸੀਂ ਵੀ ਇਹ ਸਾਰੇ ਫਾਰਮੂਲੇ ਚੰਗੀ ਤਰ੍ਹਾਂ ਯਾਦ ਕਰਨੇ ਹਨ। ਜੇ ਕੋਈ ਪ੍ਰਸ਼ਨ ਹਨ, ਤੁਹਾਡੀਆਂ ਸਮੱਸਿਆਵਾਂ ਹਨ ਤਾਂ ਸਾਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖੋ। ਅੱਜ ਦੇ ਲਈ ਬਸ ਇੰਨਾ ਹੀ। ਅਗਲੇ ਵੀਡੀਓ ਦੇ ਵਿੱਚ ਕੁਝ ਹੋਰ ਲੈ ਕੇ ਆਵਾਂਗੇ। ਉਦੋਂ ਤੱਕ ਲਈ ਟੇਕ ਕੇਅਰ ਐਂਡ ਵਰਕ ਹਾਰਡ। ਬਾਏ ਬਾਏ।